ਨਮਸਕਾਰ ਪਿਆਰੇ ਬੱਚਿਓ, ਤੁਹਾਡਾ ਇਸ ਆਨਲਾਈਨ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਪਿਆਰੇ ਬੱਚਿਓ, ਮੈਂ ਹਾਂ ਓਮੇਸ਼ਵਰ ਨਾਰਾਇਣ, ਤੁਹਾਡਾ ਅਧਿਆਪਕ। ਅੱਜ ਅਸੀਂ 1857 ਈਸਵੀ ਦਾ ਵਿਦਰੋਹ ਇਸ ਦਾ ਚੌਥਾ ਭਾਗ ਪੜ੍ਹਨ ਜਾ ਰਹੇ ਹਾਂ। ਜਮਾਤ 8ਵੀਂ, ਪਾਠ 15। ਪਿਆਰੇ ਬੱਚਿਓ, ਇਸ ਤੋਂ ਪਹਿਲਾਂ ਅਸੀਂ ਇਸ ਲੈਸਨ ਦੇ 3 ਭਾਗ ਪੂਰੇ ਕਰ ਚੁੱਕੇ ਹਾਂ ਔਰ ਅੱਜ ਅਸੀਂ ਚੌਥਾ ਭਾਗ ਪੜ੍ਹਨ ਜਾ ਰਹੇ ਹਾਂ। ਤੋ ਪਹਿਲਾਂ ਜਿਹੜੇ 3 ਭਾਗ ਕੀਤੇ ਹਨ, ਸਭ ਤੋਂ ਪਹਿਲਾਂ ਅਸੀਂ ਉਹਨਾਂ 3 ਭਾਗਾਂ ਦੇ ਵਿੱਚ ਕੀ ਕੀਤਾ ਸੀ ਉਸ ਦੇ ਸੰਬੰਧ ਵਿੱਚ ਅਸੀਂ ਥੋੜਾ ਜਿਹਾ ਦੁਹਰਾਈ ਕਰਾਂਗੇ। ਤੋ ਪਿਆਰੇ ਬੱਚਿਓ, ਜਦੋਂ ਅਸੀਂ ਪਹਿਲਾ ਭਾਗ ਸ਼ੁਰੂ ਕੀਤਾ ਸੀ ਇਸ ਲੈਸਨ ਦਾ, ਤਾਂ ਇਸ ਲੈਸਨ ਦੇ ਪਹਿਲੇ ਭਾਗ ਦੇ ਵਿੱਚ ਅਸੀਂ ਰਾਜਨੀਤਿਕ ਕਾਰਨਾਂ ਦੇ ਬਾਰੇ ਜਾਣਿਆ ਸੀ ਔਰ ਦੂਸਰੇ ਭਾਗ ਦੇ ਵਿੱਚ ਸਮਾਜਿਕ ਤੇ ਧਾਰਮਿਕ ਕਾਰਨ, ਆਰਥਿਕ ਕਾਰਨ, ਸੈਨਿਕ ਕਾਰਨ ਅਤੇ ਤਤਕਾਲੀਨ ਕਾਰਨਾਂ ਦੇ ਬਾਰੇ ਜਾਣਿਆ ਸੀ। ਇਹਦੇ ਵਿੱਚ ਅਸੀਂ ਇਹ ਵੀ ਜਾਣਿਆ ਸੀ ਕਿ ਤਤਕਾਲੀਨ ਕਾਰਨ ਕੀ ਹੁੰਦੇ ਨੇ ਔਰ ਇਸ ਤੋਂ ਇਲਾਵਾ ਜਦੋਂ ਅਸੀਂ ਤੀਸਰਾ ਭਾਗ ਇਸ ਲੈਸਨ ਦਾ ਪੜ੍ਹਿਆ ਤਾਂ ਆਓ ਦੇਖੀਏ ਕਿ ਤੀਸਰੇ ਹਿੱਸੇ ਦੇ ਵਿੱਚ ਅਸੀਂ ਕਿਹੜੀਆਂ ਤੱਥਾਂ ਦੇ ਬਾਰੇ ਅਸੀਂ ਜਾਣਿਆ ਸੀ। ਪਿਆਰੇ ਬੱਚਿਓ, ਤੀਸਰੇ ਭਾਗ ਦੇ ਵਿੱਚ ਅਸੀਂ 1857 ਈਸਵੀ ਦੇ ਵਿਦਰੋਹ ਦੀਆਂ ਮੁੱਖ ਘਟਨਾਵਾਂ ਦੇ ਸੰਬੰਧੀ ਪੜ੍ਹਿਆ ਸੀ ਔਰ ਇਹ ਘਟਨਾਵਾਂ ਜਿਹੜੀਆਂ ਘਟਨਾਵਾਂ ਦੇ ਬਾਰੇ ਆਪਾਂ ਜਾਣਿਆ ਉਹ ਸਨ ਬੈਰਕਪੁਰ ਦੀ ਘਟਨਾ। ਔਰ ਬੈਰਕਪੁਰ ਦੀ ਇੱਕ ਅਜਿਹੀ ਘਟਨਾ ਸੀ ਜਿੱਥੋਂ ਬੱਚਿਓ ਇਹ 1857 ਈਸਵੀ ਦੇ ਵਿਦਰੋਹ ਦੀ ਸ਼ੁਰੂਆਤ ਹੋਈ ਸੀ ਔਰ ਮੰਗਲ ਪਾਂਡੇ ਇਸ ਬੈਰਕਪੁਰ ਦੀ ਘਟਨਾ ਦੇ ਵਿੱਚ ਪਹਿਲਾ ਸ਼ਹੀਦ ਹੋਇਆ ਹੈ। ਤੋ ਬੈਰਕਪੁਰ ਦੀ ਘਟਨਾ ਤੋਂ ਬਾਅਦ ਇਹ ਗੱਲ ਜਿਹੜੀ ਹੈ ਮੇਰਠ ਤੱਕ ਪਹੁੰਚਦੀ ਹੈ ਔਰ 10 ਮਈ ਨੂੰ ਮੇਰਠ ਦੇ ਵਿੱਚ ਇਸ ਕ੍ਰਾਂਤੀ ਦਾ ਬਿਗੁਲ ਵੱਜ ਚੁੱਕਾ ਸੀ ਔਰ ਮੇਰਠ ਦੀ ਘਟਨਾ ਤੋਂ ਬਾਅਦ ਇਹ ਕ੍ਰਾਂਤੀ ਜਿਹੜੀ ਹੈ 1857 ਦਾ ਵਿਦਰੋਹ ਸ਼ੁਰੂ ਹੋ ਜਾਂਦਾ। ਉਸ ਤੋਂ ਬਾਅਦ ਅਗਲੇ ਦਿਨ ਜਿਹੜੀ ਇਹ ਘਟਨਾ ਜਿਹੜੀ ਹੈ ਦਿੱਲੀ ਤੱਕ ਪਹੁੰਚ ਜਾਂਦੀ ਹੈ ਔਰ ਹੌਲੀ ਹੌਲੀ ਇਹ ਸਾਰੇ ਦੇਸ਼ ਦੇ ਵਿੱਚ ਕਿਸ ਤਰ੍ਹਾਂ ਫੈਲਦੀ ਹੈ। ਦਿੱਲੀ ਤੋਂ ਬਾਅਦ ਅਸੀਂ ਕਾਨਪੁਰ ਦੀ ਘਟਨਾ ਦੇ ਬਾਰੇ ਜ਼ਿਕਰ ਕੀਤਾ ਸੀ ਔਰ ਕਾਨਪੁਰ ਤੋਂ ਬਾਅਦ ਲਖਨਊ ਦੀ ਘਟਨਾ ਬਾਰੇ ਪੜ੍ਹਿਆ ਔਰ ਲਖਨਊ ਦੀ ਘਟਨਾ ਤੋਂ ਬਾਅਦ ਅਸੀਂ ਝਾਂਸੀ ਦੀ ਘਟਨਾ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀ। ਤੋ ਬੱਚਿਓ, ਝਾਂਸੀ ਦੀ ਘਟਨਾ ਤੋਂ ਬਾਅਦ ਅੱਗੇ ਹੋਰ ਕਿਹੜੀਆਂ ਘਟਨਾਵਾਂ ਹੋਈਆਂ ਨੇ ਉਹਦੇ ਬਾਰੇ ਅੱਜ ਅਸੀਂ ਸ਼ੁਰੂਆਤ ਕਰਾਂਗੇ। ਉਸੇ ਤਰ੍ਹਾਂ ਲੜੀਵਾਰ ਘਟਨਾਵਾਂ ਦਾ ਜ਼ਿਕਰ ਜਿਹੜਾ ਹੈ ਇਹਦੇ ਵਿੱਚ ਕਰਾਂਗੇ। ਤੋ ਸਭ ਤੋਂ ਪਹਿਲੀ ਜਿਹੜੀ ਘਟਨਾ ਹੈ ਉਹ ਅਸੀਂ ਪੜਾਂਗੇ ਪੰਜਾਬ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਉਸ ਤੋਂ ਬਾਅਦ ਸੈਨਿਕਾਂ ਦੀ ਬਗਾਵਤ, ਪੰਜਾਬ ਦੇ ਵਿੱਚ ਜਿਹੜੇ ਥਾਵਾਂ ਤੇ ਜਾਂ ਪੰਜਾਬ ਤੋਂ ਬਾਹਰ ਜਿਹੜੀਆਂ ਸੈਨਿਕ ਬਗਾਵਤ ਹੋਈਆਂ ਸਨ ਉਹਨਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਔਰ ਸੈਨਿਕਾਂ ਤੋਂ ਇਲਾਵਾ ਲੋਕਾਂ ਦੀਆਂ ਵੀ ਬਗਾਵਤਾਂ ਹੋਈਆਂ, ਲੋਕਾਂ ਨੇ ਵੀ ਕਈ ਥਾਵਾਂ ਤੇ ਇਸ ਵਿਦਰੋਹ ਦੇ ਵਿੱਚ ਹਿੱਸਾ ਲਿਆ ਸੀਗਾ, ਉਹਦੇ ਬਾਰੇ ਆਪਾਂ ਜਾਣਕਾਰੀ ਹਾਸਿਲ ਕਰਾਂਗੇ। ਇਸ ਤੋਂ ਬਾਅਦ ਰਾਵੀ ਦੇ ਕਿਨਾਰੇ ਸਰਦਾਰ ਅਹਿਮਦ ਖਾਂ ਖਰਲ ਦੀ ਜਿਹੜੀ ਬਗਾਵਤ ਹੈ ਇਸ ਦੇ ਬਾਰੇ ਵੀ ਅਸੀਂ ਬੱਚਿਓ ਜਾਣਕਾਰੀ ਪ੍ਰਾਪਤ ਕਰਾਂਗੇ ਔਰ ਅਖੀਰ ਦੇ ਵਿੱਚ ਅਸੀਂ ਜਾਣਾਂਗੇ ਕਿ ਪੰਜਾਬ ਦੇ ਵਿੱਚ ਜੋ ਵਿਦਰੋਹ ਹੋਇਆ ਇਸ ਦੀ ਅਸਫਲਤਾ ਦੇ ਕੀ ਕਾਰਨ ਰਹੇ ਸਨ ਔਰ ਅੰਤ ਦੇ ਵਿੱਚ ਅਸੀਂ ਦੇਖਾਂਗੇ ਪ੍ਰਾਦੇਸ਼ਿਕ ਫੋਕਸ ਅਵਧ। ਤੋਂ ਅਸੀਂ ਝਾਂਸੀ ਦੀ ਰਾਣੀ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਦੇ ਬਾਰੇ ਅਸੀਂ ਸ਼ੁਰੂਆਤ ਕਰਦੇ ਹਾਂ। ਪਿਆਰੇ ਬੱਚਿਓ, ਇਹ ਜੋ ਸਾਹਮਣੇ ਸਾਨੂੰ ਨਕਸ਼ਾ ਦਿਖਾਈ ਦੇ ਰਿਹਾ ਹੈ ਇਹ ਭਾਰਤ ਦਾ ਨਕਸ਼ਾ ਹੈ। ਇਹ ਜਿਹੜੀ ਥਾਂ ਜਿੱਥੇ ਅਸੀਂ ਗੋਲਾ ਲਗਾਇਆ ਹੈ ਹੁਣ, ਇਹ ਬੱਚਿਓ ਇਹ ਉਹ ਲੋਕੇਸ਼ਨ ਹੈ ਜਿੱਥੇ ਸਾਡਾ ਪੰਜਾਬ ਸਥਿਤ ਹੈ। ਲੇਕਿਨ ਬੱਚਿਓ, ਤੁਹਾਡੀ ਜਾਣਕਾਰੀ ਵਾਸਤੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਦੀ ਅਸੀਂ ਗੱਲ ਕਰ ਰਹੇ ਹਾਂ ਇਹ ਇਤਿਹਾਸ ਦੀ ਗੱਲ ਹੈ
ਅਤੇ 1947 ਤੋਂ ਪਹਿਲਾਂ ਦੇ ਪੰਜਾਬ ਦੀ ਅਸੀਂ ਗੱਲ ਕਰਾਂਗੇ। ਤੋ ਜਿਹੜਾ ਬੱਚਿਓ ਮੌਜੂਦਾ ਪੰਜਾਬ ਹੈ ਜਿਸ ਦੇ ਵਿੱਚ ਅਸੀਂ ਅੱਜ ਕੱਲ੍ਹ ਰਹਿੰਦੇ ਹਾਂ, ਇਸ ਦਾ ਜਨਮ 1 ਨਵੰਬਰ 1966 ਦੇ ਵਿੱਚ ਹੋਇਆ ਸੀ। ਲੇਕਿਨ ਅਸੀਂ ਇਤਿਹਾਸ ਦੀ ਜਿਹੜੀ ਗੱਲ ਕਰ ਰਹੇ ਹਾਂ ਪੰਜਾਬ ਦੀ, ਉਹ ਇਸ ਤੋਂ ਪਹਿਲਾਂ ਦਾ 1947 ਤੋਂ ਵੀ ਪਹਿਲਾਂ ਦਾ ਪੰਜਾਬ ਹੈ। ਔਰ ਉਸ ਪੰਜਾਬ ਦੇ ਵਿੱਚ ਅਸੀਂ ਸਾਹਮਣੇ ਨਕਸ਼ੇ ਦੇ ਵਿੱਚ ਦੇਖਦੇ ਹਾਂ ਕਿ ਇਹ ਜੋ ਸਾਨੂੰ ਹਰੇ ਰੰਗ ਦਾ ਨਜ਼ਰ ਆ ਰਿਹਾ ਹੈ ਬੱਚਿਓ, ਇਹ ਮੌਜੂਦਾ ਪੰਜਾਬ ਹੈ ਸਾਡਾ। ਤੋ ਇਹ ਜਿੰਨਾ ਵੀ ਅਸੀਂ ਵਿਸ਼ਾਲ ਰੂਪ ਦੇ ਵਿੱਚ ਬੱਚਿਓ ਦੇਖ ਰਹੇ ਹਾਂ, ਇਹ ਸਾਰਾ ਪੰਜਾਬ ਸੀ ਜਿਹੜਾ ਕਿ ਉਸ ਸਮੇਂ 1947 ਤੋਂ ਪਹਿਲਾਂ ਬਹੁਤ ਵੱਡਾ ਹੁੰਦਾ ਸੀ। ਪੰਜਾਬ ਦੇ ਉਸ ਸਮੇਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਦੇਖੀਏ। ਤੋ ਬੱਚਿਓ ਪੰਜਾਬ ਦੇ ਵਿੱਚ ਭਾਵੇਂ ਪੰਜਾਬ ਦੀਆਂ ਰਿਆਸਤਾਂ ਨੇ, ਜਿਹੜੀਆਂ ਇੱਥੋਂ ਦੇ ਛੋਟੀਆਂ ਬੱਚਿਓ ਰਿਆਸਤਾਂ ਸੀ, ਤਾਂ ਇਹਨਾਂ ਰਿਆਸਤਾਂ ਨੇ ਇਸ ਵਿਦਰੋਹ ਦੇ ਵਿੱਚ ਅੰਗਰੇਜ਼ਾਂ ਦੀ ਬੱਚਿਓ ਸਹਾਇਤਾ ਉਸ ਸਮੇਂ ਕੀਤੀ ਸੀ। ਪਰ ਪੰਜਾਬ ਦੇ ਵਿੱਚ ਇਸ ਦੇ ਬਾਵਜੂਦ ਵੀ ਅਨੇਕਾਂ ਸਥਾਨਾਂ ਤੇ ਅੰਗਰੇਜ਼ਾਂ ਦੇ ਵਿਰੁੱਧ ਜਿਹੜਾ ਹੈ ਵਿਰੋਧ ਹੋਇਆ ਸੀ। ਔਰ ਹੁਣ ਉਹ ਕਿਹੜੇ ਸਥਾਨ ਹਨ ਅਸੀਂ ਦੇਖੀਏ। ਇਹਨਾਂ ਦੇ ਵਿੱਚੋਂ ਆਪਾਂ ਦੇਖ ਰਹੇ ਹਾਂ ਫਿਰੋਜ਼ਪੁਰ, पेशावर और होती मरदान। बच्चों फिरोजपुर जो है साडे मौजूदा पंजाब दे विच है, और इस तो बाद जलंधर भी साडे पंजाब दे विच है। पेशावर और होती मरदान इस समय पाकिस्तान दे विच ये दोनों स्थान हैगे ने। तो इन्हां स्थानां दे उत्ते ਭਾਰਤੀ ਸੈਨਿਕਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਜਿਹੜਾ ਹੈ ਵਿਦਰੋਹ ਕੀਤਾ ਸੀ ਪੰਜਾਬ ਦੇ ਵਿੱਚ। ਅੰਗਰੇਜ਼ਾਂ ਨੇ ਇਸ ਵਿਦਰੋਹ ਨੂੰ ਬੱਚਿਓ ਬੜੀ ਜਿਹੜਾ ਹੈ ਸਖਤੀ ਦੇ ਨਾਲ ਦਬਾ ਦਿੱਤਾ ਤੇ ਕਾਫੀ ਗਿਣਤੀ ਦੇ ਵਿੱਚ ਭਾਰਤੀ ਸੈਨਿਕਾਂ ਨੂੰ ਉਹਨਾਂ ਨੇ ਮਾਰ ਦਿੱਤਾ ਸੀ। ਤੋ ਹੁਣ ਇਸ ਸਮੇਂ ਦਾ ਜਿਹੜਾ ਬੱਚਿਓ ਹਰਿਆਣਾ ਹੈ ਉਸ ਦੇ ਵਿੱਚ ਕੁਝ ਸਥਾਨ ਨੇ, ਜਿਵੇਂ ਰਿਵਾੜੀ ਹੈ, ਭਵਾਨੀ ਹੈ, ਬੱਲਭਗੜ੍ਹ ਹੈ ਔਰ ਹਾਂਸੀ। ਇਹਨਾਂ ਸਥਾਨਾਂ ਦੇ ਜਿਹੜੇ ਸਥਾਨਕ ਨੇਤਾ ਨੇ 1857 ਈਸਵੀ ਦੇ ਵਿਦਰੋਹ ਦੇ ਵਿੱਚ ਅੰਗਰੇਜ਼ਾਂ ਨੂੰ ਕੜੀ ਟੱਕਰ ਦਿੱਤੀ ਸੀ। ਤੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਦੇ ਵਿੱਚ ਵਿਦਰੋਹ ਨਹੀਂ ਹੋਇਆ। ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਸਥਾਨਾਂ ਤੇ ਸੈਨਿਕ ਬਗਾਵਤਾਂ ਹੋਈਆਂ ਔਰ ਲੋਕਾਂ ਨੇ ਵੀ ਇਹ ਥਾਂ ਤੇ ਜਿਹੜਾ ਵਿਦਰੋਹ ਕੀਤਾ ਸੀ। ਬੱਚਿਓ ਜਿਵੇਂ ਅਸੀਂ ਸਾਹਮਣੇ ਦੇਖ ਰਹੇ ਹਾਂ ਕਿ 1857 ਦੇ ਵਿਦਰੋਹ ਵਿੱਚ ਪੰਜਾਬੀਆਂ ਦਾ ਯੋਗਦਾਨ, ਤਾਂ ਇਸ ਯੋਗਦਾਨ ਦੇ ਹੇਠਾਂ ਅਸੀਂ ਤਿੰਨ ਜੋ ਮਾਈਂਡ ਮੈਪ ਦੀ ਤਰ੍ਹਾਂ ਦੇਖ ਰਹੇ ਹਾਂ ਪੁਆਇੰਟਸ। ਉਹਨਾਂ ਦੇ ਵਿੱਚੋਂ ਪਹਿਲਾ ਹੈ ਸੈਨਿਕਾਂ ਦੀ ਬਗਾਵਤ, ਫਿਰ ਹੈ ਲੋਕਾਂ ਦੀ ਬਗਾਵਤ ਔਰ ਫਿਰ ਹੈ ਸਰਦਾਰ ਅਹਿਮਦ ਖਾਂ ਖਰਲ ਦੀ ਬਗਾਵਤ। ਤਾਂ ਸਭ ਤੋਂ ਪਹਿਲਾਂ ਅਸੀਂ ਸੈਨਿਕਾਂ ਦੀ ਬਗਾਵਤ ਦੇ ਬਾਰੇ ਗੱਲ ਕਰਾਂਗੇ। ਤੋ ਬੱਚਿਓ 1857 ਈਸਵੀ ਦਾ ਜਿਹੜਾ ਵਿਦਰੋਹ ਹੈ ਅਸੀਂ ਜਾਣਦੇ ਹਾਂ ਕਿ 10 ਮਈ 1857 ਈਸਵੀ ਨੂੰ ਮੇਰਠ ਤੋਂ ਸ਼ੁਰੂ ਹੋਇਆ ਸੀ। ਅਸਲ ਵਿੱਚ ਇਹਦੀ ਚੰਗਿਆਰੀ ਕਿੱਥੋਂ ਸ਼ੁਰੂ ਹੋਈ ਸੀ? ਬੈਰਕਪੁਰ ਤੋਂ, ਜਦੋਂ ਕਿ ਮੰਗਲ ਪਾਂਡੇ ਪਹਿਲਾ ਸ਼ਹੀਦ ਅਸੀਂ ਉਹਦੇ ਵਿੱਚ ਕਹਿੰਦੇ ਹਾਂ ਉਸ ਘਟਨਾ ਦੇ ਵਿੱਚ। ਲੇਕਿਨ ਇਸ ਵਿਦਰੋਹ ਦੀ ਅਸਲ ਜਿਹੜੀ ਸ਼ੁਰੂਆਤ ਬਾਅਦ ਵਿੱਚ ਜਿਹੜੀ ਹੈ ਕਿ ਅੱਗ ਪਕੜੀ, ਉਹ 10 ਮਈ 1857 ਈਸਵੀ ਨੂੰ ਮੇਰਠ ਤੋਂ ਇਹਦੀ ਸ਼ੁਰੂਆਤ ਹੋ ਗਈ। ਔਰ ਜਦੋਂ ਇਹ ਸ਼ੁਰੂਆਤ ਹੋਈ 10 ਮਈ ਨੂੰ, ਤਾਂ 11 ਮਈ ਨੂੰ ਅਸੀਂ ਜਾਣਦੇ ਹਾਂ ਕਿ ਇਹ ਸਾਰੇ ਕ੍ਰਾਂਤੀਕਾਰੀ ਜਿਹੜੇ ਨੇ ਉਹ ਦਿੱਲੀ ਤੱਕ ਪਹੁੰਚ ਗਏ ਸੀ। ਔਰ ਜਦੋਂ 11 ਤਰੀਕ ਨੂੰ ਦਿੱਲੀ ਤੱਕ ਪਹੁੰਚ ਜਾਂਦੇ ਨੇ ਤਾਂ ਬੱਚਿਓ ਤੀਸਰਾ ਦਿਨ ਜਿਹੜਾ 12 ਮਈ ਦਾ ਹੈ, ਉਨੀ ਦੇਰ ਤੱਕ ਯਾਨੀ ਕਿ 12 ਮਈ 1857 ਨੂੰ ਇਸ ਵਿਦਰੋਹ ਦੀ ਜਿਹੜੀ ਖਬਰ ਹੈ ਉਹ ਸਾਡੇ ਪੰਜਾਬ ਦੇ ਵਿੱਚ ਵੀ ਪਹੁੰਚ ਜਾਂਦੀ ਹੈ। ਤਾਂ ਲਾਹੌਰ ਜਿਹੜਾ ਹੈ ਉਸ ਸਮੇਂ ਬੱਚਿਓ ਪੰਜਾਬ ਦੀ ਰਾਜਧਾਨੀ ਸੀ। ਤਾਂ ਬੱਚਿਓ ਇਹ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਵੇਂ ਅੱਜ ਕੱਲ੍ਹ ਸਾਡੇ ਪੰਜਾਬ ਦੀ ਰਾਜਧਾਨੀ ਕਿਹੜੀ ਹੈ? ਚੰਡੀਗੜ੍ਹ। ਲੇਕਿਨ ਅਸੀਂ ਕਿਉਂਕਿ 1947 ਤੋਂ ਪਹਿਲਾਂ ਦੀ ਗੱਲ ਕਰ ਰਹੇ ਹਾਂ, ਇਤਿਹਾਸ ਦੀ ਗੱਲ ਕਰ ਰਹੇ ਹਾਂ, ਤਾਂ ਸਾਨੂੰ ਇਹ ਵੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿ 1947 ਤੋਂ ਪਹਿਲਾਂ ਸਾਡੇ ਪੰਜਾਬ ਦੀ ਰਾਜਧਾਨੀ ਕਿਹੜੀ ਸੀ। ਤਾਂ ਬੱਚਿਓ ਉਸ ਸਮੇਂ ਸਾਡੇ ਪੰਜਾਬ ਦੀ ਰਾਜਧਾਨੀ ਲਾਹੌਰ ਸੀ। ਤਾਂ 12 ਮਈ 1857 ਈਸਵੀ ਨੂੰ
ਇਸ ਵਿਦਰੋਹ ਦੀ ਖਬਰ ਜਿਹੜੀ ਹੈ ਉਹ ਲਾਹੌਰ ਪਹੁੰਚਦੀ ਹੈ ਤਾਂ ਉਸ ਸਮੇਂ ਬੱਚਿਓ ਦੇਖੋ ਕਿ ਪੰਜਾਬ ਦੇ ਵਿੱਚ ਬਗਾਵਤ ਦੇ ਡਰ ਤੋਂ ਅੰਗਰੇਜ਼ਾਂ ਨੇ ਕੀ ਕੀਤਾ ਕਿ ਇਸ ਬਗਾਵਤ ਦੇ ਡਰ ਤੋਂ ਲਾਹੌਰ ਦੇ ਵਿੱਚ ਜਿਹੜੀ ਮੀਆਂ ਮੀਰ ਛਾਉਣੀ ਹੈ, ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਜਿਹੜਾ ਪੇਸ਼ਾਵਰ ਹੈ ਔਰ ਰਾਵਲਪਿੰਡੀ ਹੈ, ਇਹ ਤਿੰਨੋਂ ਜਿਹੜੀਆਂ ਜਗ੍ਹਾ ਵਿੱਚ ਉਹ ਪਾਕਿਸਤਾਨ ਦੇ ਵਿੱਚ ਨੇ ਇਸ ਸਮੇਂ। ਔਰ ਇਸ ਤੋਂ ਇਲਾਵਾ ਸਾਡੇ ਪੰਜਾਬ ਦਾ ਨਵਾਂ ਸ਼ਹਿਰ ਔਰ ਅੰਮ੍ਰਿਤਸਰ ਔਰ ਹੁਸ਼ਿਆਰਪੁਰ ਔਰ ਹਰਿਆਣਾ ਦੇ ਵਿੱਚ ਅੰਬਾਲਾ ਔਰ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਇੱਕ ਹੋਰ ਜਗ੍ਹਾ ਹੈ ਡੇਰਾ ਜਾਟ। ਤੋ ਇਹ ਸਾਰੇ ਸਥਾਨ ਜਿਹੜੇ ਨੇ ਬੱਚਿਓ, ਇਹਨਾਂ ਸਾਰੇ ਸਥਾਨਾਂ ਦੇ ਉੱਤੇ ਪੰਜਾਬੀਆਂ ਨੇ ਅਤੇ ਭਾਰਤੀ ਸੈਨਿਕਾਂ ਨੇ ਇਹਨਾਂ ਸਾਰਿਆਂ ਨੂੰ ਅੰਗਰੇਜ਼ਾਂ ਨੇ ਜੋ ਹੈ ਬੇਹਥਿਆਰ ਕਰ ਦਿੱਤਾ ਔਰ ਇਹਨਾਂ ਕੋਲੋਂ ਹਥਿਆਰ ਪਹਿਲਾਂ ਹੀ ਖੋਹ ਲਏ। ਯਾਨੀ ਕਿ ਇਹ ਸਾਰਿਆਂ ਨੂੰ ਹੀ, ਪੰਜਾਬੀਆਂ ਨੂੰ ਵੀ ਔਰ ਭਾਰਤੀ ਸੈਨਿਕਾਂ ਨੂੰ ਵੀ, ਅੰਗਰੇਜ਼ਾਂ ਦੀ ਜਿਹੜੀ ਸੈਨਾ ਦੇ ਵਿੱਚ ਸਨ ਉਹਨਾਂ ਨੂੰ ਬੇਹਥਿਆਰ ਕਰ ਦਿੱਤਾ ਗਿਆ। ਤੋ ਇਹ ਅੰਗਰੇਜ਼ਾਂ ਨੇ ਆਪਣੇ ਵੱਲੋਂ ਬਹੁਤ ਉਸ ਸਮੇਂ ਸਿਆਣਪ ਵਰਤੀ ਸੀ। ਲੇਕਿਨ ਇਸ ਦੇ ਬਾਵਜੂਦ ਵੀ ਜਲੰਧਰ, ਫਿਲੌਰ ਔਰ ਸਿਆਲਕੋਟ ਔਰ ਜੇਹਲਮ ਵਿਖੇ ਸੈਨਿਕਾਂ ਦੀਆਂ ਬਗਾਵਤਾਂ ਬੱਚਿਓ ਹੋਈਆਂ ਨੇ। ਦੇਖੋ ਉਹਨਾਂ ਨੇ ਬੇਸ਼ੱਕ ਬਹੁਤ ਸਾਰੇ ਭਾਰਤੀ ਸੈਨਿਕਾਂ ਨੂੰ ਬੇਹਥਿਆਰ ਕਰ ਦਿੱਤਾ, ਲੇਕਿਨ ਇਸ ਦੇ ਬਾਵਜੂਦ ਵੀ ਕਈ ਸਥਾਨ ਨੇ ਜਿਨ੍ਹਾਂ ਵਿੱਚੋਂ ਅਸੀਂ ਜਲੰਧਰ, ਫਿਲੌਰ ਔਰ ਸਿਆਲਕੋਟ ਤੇ ਜੇਹਲਮ ਦਾ ਜ਼ਿਕਰ ਕੀਤਾ ਹੈ, ਇਹਨਾਂ ਥਾਵਾਂ ਤੇ ਸੈਨਿਕਾਂ ਦੀਆਂ ਜਿਹੜੀਆਂ ਬਗਾਵਤਾਂ ਬੱਚਿਓ ਹੋਈਆਂ। ਇਸ ਤੋਂ ਬਾਅਦ ਬੱਚਿਓ ਅਸੀਂ ਦੇਖਦੇ ਹਾਂ ਲੋਕਾਂ ਦੀ ਬਗਾਵਤ। ਲੁਧਿਆਣਾ ਅਤੇ ਫਿਰੋਜ਼ਪੁਰ ਦੇ ਵਿੱਚ ਕਈ ਥਾਵਾਂ ਤੇ ਇਹਨਾਂ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਬਗਾਵਤਾਂ ਜਿਹੜੀਆਂ ਨੇ ਬੱਚਿਓ ਕੀਤੀਆਂ ਅੰਗਰੇਜ਼ਾਂ ਦੇ ਖਿਲਾਫ। ਔਰ ਸਰਸਾ, ਮਿੰਟ ਗੁਮਰੀ, ਮੁਲਤਾਨ ਔਰ ਬਹਾਵਲਪੁਰ ਔਰ ਫਾਜ਼ਿਲਕਾ, ਇਹਨਾਂ ਸਾਰੇ ਸਥਾਨਾਂ ਦੇ ਉੱਪਰ ਜਿਹੜੇ ਮੁਸਲਮਾਨ ਲੋਕ ਵੀ ਸਨ ਉਹ ਵੀ ਸਾਰੇ ਅੰਗਰੇਜ਼ਾਂ ਦੇ ਖਿਲਾਫ ਖੜੇ ਹੋ ਗਏ। ਤਾਂ ਇਹਨਾਂ ਸਥਾਨਾਂ ਤੋਂ ਇਲਾਵਾ ਬੱਚਿਓ ਦਿੱਲੀ, ਰੋਹਿਲਖੰਡ, ਰੋਹਤਕ ਔਰ ਰਿਵਾੜੀ, ਇਹਨਾਂ ਇਲਾਕਿਆਂ ਦੇ ਵਿੱਚ ਵੀ ਕਈ ਸਥਾਨਾਂ ਤੇ ਪੰਜਾਬੀ ਲੋਕਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਆਜ਼ਾਦੀ ਦਾ ਬਿਗੁਲ ਵਜਾ ਦਿੱਤਾ ਸੀ। ਕਰਨਾਲ ਦੇ ਵਿਚਾਲੇ ਵੀ ਕਈ ਜਾਟ ਪਿੰਡ ਹੈਗੇ ਨੇ, ਉਹਨਾਂ ਜਾਟ ਪਿੰਡਾਂ ਦੇ ਲੋਕ ਨੇ ਉਹਨਾਂ ਨੇ ਸਰਕਾਰ ਨੂੰ ਜ਼ਮੀਨ ਦਾ ਲਗਾਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਤੋ ਅਸੀਂ ਬੱਚਿਓ ਕਹਿ ਸਕਦੇ ਹਾਂ ਕਿ ਅਜਿਹਾ ਨਹੀਂ ਹੈ ਕਿ ਪੰਜਾਬ ਦੇ ਵਿੱਚ ਉਸ ਸਮੇਂ ਕੁਝ ਨਹੀਂ ਹੋਇਆ। ਪੰਜਾਬ ਦੇ ਵਿੱਚ ਤਾਂ ਛਿੱਟ-ਪੁੱਟ ਬਹੁਤ ਸਾਰੇ ਥਾਵਾਂ ਤੇ ਇਹ ਸੈਨਿਕਾਂ ਦੀਆਂ ਵੀ ਔਰ ਪੰਜਾਬੀ ਲੋਕਾਂ ਨੇ ਵੀ ਬਗਾਵਤਾਂ ਜਿਹੜੀਆਂ ਨੇ ਅੰਗਰੇਜ਼ਾਂ ਦੇ ਖਿਲਾਫ ਵਿਦਰੋਹ ਦਾ ਝੰਡਾ ਬੁਲੰਦ ਕੀਤਾ ਸੀ। ਸਰਦਾਰ ਅਹਿਮਦ ਖਾਂ ਖਰਲ ਦੀ ਬਗਾਵਤ। ਅੰਗਰੇਜ਼ੀ ਰਾਜ ਨੂੰ ਮਾਲੀਆ ਨਾ ਦੇਣ ਕਰਕੇ ਖਰਲ ਕਬੀਲੇ ਦੇ ਸਰਦਾਰ ਅਹਿਮਦ ਖਾਂ ਖਰਲ ਨੇ ਬਗਾਵਤ ਕਰ ਦਿੱਤੀ ਔਰ ਉਸ ਦਾ ਸਾਥ ਦਿੰਦੇ ਹੋਏ ਰਾਵੀ ਦਰਿਆ ਤੇ ਵਸਦੇ ਜਿਹੜੇ ਹੋਰ ਵੀ ਬਹੁਤ ਸਾਰੇ ਕਬੀਲੇ ਨੇ ਉਹਨਾਂ ਨੇ ਵੀ ਲਗਾਨ ਦੇਣ ਤੋਂ ਇਨਕਾਰ ਕਰ ਦਿੱਤਾ ਸਰਕਾਰ ਨੂੰ। ਸਰਦਾਰ ਅਹਿਮਦ ਖਾਂ ਖਰਲ ਨੇ ਇੱਕ ਅੰਗਰੇਜ਼ ਅਫਸਰ ਅਤੇ ਹੋਰ ਵੀ ਕਈ ਅੰਗਰੇਜ਼ੀ ਫੌਜੀ ਜਿਹੜੇ ਨੇ ਉਹਨਾਂ ਦਾ ਵੀ ਉਸਨੇ ਕਤਲ ਕਰ ਦਿੱਤਾ ਸੀ। ਅੰਤ ਵਿੱਚ ਆਪਣੇ 20 ਘੋੜਸਵਾਰਾਂ ਦੇ ਸਮੇਤ ਅੰਗਰੇਜ਼ਾਂ ਦਾ ਵਿਰੋਧ ਕਰਦਾ ਹੋਇਆ ਪਾਕਪਟਨ ਵਿਖੇ ਬੱਚਿਓ ਇਹ ਸ਼ਹੀਦ ਹੋ ਜਾਂਦਾ ਹੈ ਸਰਦਾਰ ਅਹਿਮਦ ਖਾਂ ਖਰਲ। ਪੰਜਾਬ ਦੇ ਵਿੱਚ ਬੱਚਿਓ 1857 ਈਸਵੀ ਦੀ ਬਗਾਵਤ ਇਸ ਕਰਕੇ ਕਾਮਯਾਬ ਨਹੀਂ ਹੋ ਸਕੀ ਕਿਉਂਕਿ ਪੰਜਾਬੀਆਂ ਦੇ ਕੋਲ, ਯਾਨੀ ਕਿ ਪੰਜਾਬ ਦੇ ਜਿਹੜੇ ਵਿਦਰੋਹ ਕਰਨ ਵਾਲੇ ਨੇ ਉਹਨਾਂ ਕੋਲ ਅਸਲ ਵਿੱਚ ਕੋਈ ਵੀ ਉੱਚ ਕੋਟੀ ਦਾ ਨੇਤਾ ਨਹੀਂ ਸੀ। ਤੋ ਇਹ ਇੱਕ ਬਹੁਤ ਵੱਡਾ ਕਾਰਨ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਇਹ 1857 ਈਸਵੀ ਦੀ ਜਿਹੜੀ ਬਗਾਵਤ ਹੈ ਉਹ ਕਾਮਯਾਬ ਨਹੀਂ ਹੋ ਸਕੀ। ਇਸ ਤੋਂ ਇਲਾਵਾ ਆਪਾਂ ਅਗਲਾ ਪੁਆਇੰਟ ਜਦੋਂ ਦੇਖਦੇ ਹਾਂ ਤਾਂ ਪੰਜਾਬ ਦੇ ਜਿਹੜੇ ਰਾਜੇ ਨੇ ਉਸ ਸਮੇਂ ਬੱਚਿਓ ਜਿਹੜੇ ਛੋਟੀਆਂ-ਛੋਟੀਆਂ ਰਿਆਸਤਾਂ ਸੀ, ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਤਾਂ ਇਹਨਾਂ ਵਿੱਚ ਬਹੁਤ ਸਾਰੇ ਜਿਹੜੀਆਂ ਰਿਆਸਤਾਂ ਨੇ ਉਹਨਾਂ ਨੇ ਅੰਗਰੇਜ਼ਾਂ ਦਾ ਵਿਰੋਧ ਨਹੀਂ ਕੀਤਾ ਬਲਕਿ ਉਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਉਸ ਸਮੇਂ। ਤੋ ਇਸ ਲਈ ਵੀ ਪੰਜਾਬੀਆਂ ਦਾ ਜਿਹੜਾ ਆਜ਼ਾਦੀ ਲਈ ਪਹਿਲਾ ਸੰਘਰਸ਼ ਸੀ ਉਹ ਬੱਚਿਓ ਸਫਲ ਨਹੀਂ ਹੋ ਸਕਿਆ। ਤੋ ਲਾਸਟ ਦੇ ਵਿੱਚ ਸਾਡਾ ਜਿਹੜਾ
ਪੁਆਇੰਟ ਸੀ ਬੱਚਿਓ ਪ੍ਰਾਦੇਸ਼ਿਕ ਫੋਕਸ ਅਵਧ। ਤੋਂ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਬੱਚਿਓ ਅਵਧ ਜਿਹੜੀ ਰਿਆਸਤ ਸੀ ਇਹ ਇੱਕ ਬੜੀ ਹੀ ਅਮੀਰ ਰਿਆਸਤ ਸੀ। ਅੰਗਰੇਜ਼ਾਂ ਨੇ ਇਸ ਦੇ ਉੱਤੇ ਵੀ ਕਬਜ਼ਾ ਕਰਨ ਲਈ ਬੜੇ ਅਨੁਚਿਤ ਢੰਗ ਅਪਣਾਏ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਵਧ ਦਾ ਜਿਹੜਾ ਨਵਾਬ ਸੀ ਵਾਜਿਦ ਅਲੀ ਸ਼ਾਹ, ਉਹ ਸ਼ੁਰੂ ਤੋਂ ਹੀ ਅੰਗਰੇਜ਼ਾਂ ਦਾ ਬੜਾ ਵਫਾਦਾਰ ਰਿਹਾ ਸੀ। ਲੇਕਿਨ ਅੰਗਰੇਜ਼ਾਂ ਨੇ ਹੁਣ ਉਸ ਦੀ ਵਫਾਦਾਰੀ ਦਾ ਜਿਹੜਾ ਹੈ ਬੜਾ ਹੀ ਗਲਤ ਸਿਲਾ ਦਿੱਤਾ, ਔਰ ਵਫਾਦਾਰ ਹੋਣ ਦੇ ਬਾਵਜੂਦ ਵੀ ਅੰਗਰੇਜ਼ਾਂ ਨੇ ਉਸ ਦੇ ਰਾਜ ਵਿੱਚ ਦਖਲ ਅੰਦਾਜ਼ੀ ਕਰਨੀ ਜਿਹੜੀ ਹੈ ਸ਼ੁਰੂ ਕਰ ਦਿੱਤੀ। ਜਿਵੇਂ ਕਿ ਉਦਾਹਰਨ ਦੇ ਤੌਰ ਤੇ ਆਪਾਂ ਕਹਿੰਦੇ ਹਾਂ ਕਿ ਅੰਗਰੇਜ਼ਾਂ ਨੇ ਨਵਾਬ ਨੂੰ ਆਪਣੇ ਰਾਜ ਵਿੱਚ ਅੰਗਰੇਜ਼ੀ ਸੈਨਾ ਰੱਖਣ ਲਈ ਮਜਬੂਰ ਕਰ ਦਿੱਤਾ ਸੀ। ਤੋ ਬੱਚਿਓ ਉਸ ਸਮੇਂ ਅੰਗਰੇਜ਼ ਇਸ ਜਿਹੜੀ ਘਟਨਾ ਹੈ ਇਹਨੂੰ ਸਬਸਿਡੀਅਰੀ ਅਲਾਇੰਸ ਬੋਲਦੇ ਸਨ, ਜਿਹਦੇ ਵਿੱਚ ਉਹ ਅੰਗਰੇਜ਼ੀ ਸੈਨਾ ਜਿਹੜੀ ਹੈ ਉਹ ਕਿਸੇ ਰਿਆਸਤ ਦੇ ਰਾਜੇ ਦੇ ਕੋਲ ਰੱਖ ਦਿੰਦੇ ਸਨ ਔਰ ਕਹਿੰਦੇ ਸਨ ਕਿ ਇਹ ਤੁਹਾਡੀ ਸੁਰੱਖਿਆ ਕਰੇਗੀ ਸਾਡੀ ਸੈਨਾ, ਔਰ ਉਸ ਰਿਆਸਤ ਦੇ ਕੋਲੋਂ ਉਹ ਉਸ ਦੇ ਪੈਸਾ ਵੀ ਲੈਂਦੇ ਸਨ ਉਹਦੀ ਏਵਜ਼ ਦੇ ਵਿੱਚ। ਤੋ ਇਸੇ ਤਰ੍ਹਾਂ ਇਹਨਾਂ ਨੇ ਨਵਾਬ ਵਾਜਿਦ ਅਲੀ ਸ਼ਾਹ ਦੇ ਨਾਲ ਵੀ ਕੀਤਾ ਔਰ ਉਹਦੇ ਰਾਜ ਦੇ ਵਿੱਚ ਵੀ ਦਖਲ ਅੰਦਾਜ਼ੀ ਸ਼ੁਰੂ ਕੀਤੀ ਔਰ ਉਸ ਦੇ ਰਾਜ ਵਿੱਚ ਆਪਣੀ ਅੰਗਰੇਜ਼ੀ ਸੈਨਾ ਰੱਖਣ ਲਈ ਉਹਨੂੰ ਮਜਬੂਰ ਕੀਤਾ। ਔਰ ਉਸ ਤੋਂ ਬਾਅਦ ਕੀ ਹੋਇਆ, ਕੁਝ ਸਮੇਂ ਪਿੱਛੋਂ ਜਿਹੜੀ ਰਿਆਸਤ ਦੀ ਆਪਣੀ ਸੈਨਾ ਸੀ, ਸਾਰੀ ਦੇਸੀ ਸੈਨਾ, ਉਸ ਨੂੰ ਫਿਰ ਹਟਾ ਕੇ ਅੰਗਰੇਜ਼ੀ ਸੈਨਾ ਜਿਹੜੀ ਹੈ ਉੱਥੇ ਸਾਰੀ ਰਿਆਸਤ ਵਿੱਚ ਰੱਖੀ ਗਈ। ਔਰ ਇਹਦੇ ਨਾਲ ਕੀ ਹੋਇਆ, ਨਵਾਬ ਦੇ ਉੱਤੇ ਖਰਚੇ ਦਾ ਬਹੁਤ ਸਾਰਾ ਬੋਝ ਪੈ ਗਿਆ, ਕਿਉਂਕਿ ਅੰਗਰੇਜ਼ੀ ਸੈਨਾ ਜਿੱਥੇ ਰੱਖੀ ਗਈ ਉਸ ਸੈਨਾ ਦਾ ਸਾਰਾ ਖਰਚ ਜਿਹੜਾ ਸੀ ਉਸ ਰਿਆਸਤ ਦੇ ਨਵਾਬ ਨੂੰ ਦੇਣਾ ਪੈਂਦਾ ਸੀ। ਤੋ ਇਸ ਦੇ ਨਾਲ ਹੀ ਇੱਕ ਹੋਰ ਨੈਗੇਟਿਵ ਪੱਖ ਕੀ ਹੋਇਆ ਕਿ ਸੈਨਾ ਜਿਹੜੀ ਕਿ ਰਿਆਸਤ ਦੀ ਆਪਣੀ ਸੈਨਾ ਸੀ, ਕਿਉਂਕਿ ਉਹਨਾਂ ਨੂੰ ਹਟਾ ਦਿੱਤਾ ਸੀ ਔਰ ਉਹਦੇ ਵਿੱਚੋਂ ਜਿਹੜੇ ਬਰਖਾਸਤ ਕੀਤੇ ਹੋਏ ਭਾਰਤੀ ਸੈਨਿਕ ਸਨ ਉਹ ਸਾਰੇ ਹੁਣ ਬੇਕਾਰ ਹੋ ਗਏ ਸਨ। ਤੋ ਉਹਨਾਂ ਨੂੰ ਕੋਈ ਹੁਣ ਕੰਮ ਜਿਹੜਾ ਹੈ ਨਹੀਂ ਸੀ ਰਿਹਾ। ਤੋ ਇਸ ਸਾਰੀ ਘਟਨਾ ਦੇ ਨਾਲ ਅਵਧ ਨੂੰ ਜਿਹੜਾ ਹੈ ਬਹੁਤ ਵੱਡਾ ਨੁਕਸਾਨ ਹੋਇਆ ਔਰ 1856 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਅਵਧ ਦੇ ਨਵਾਬ ਵਾਜਿਦ ਅਲੀ ਸ਼ਾਹ ਦੇ ਉੱਤੇ ਭੈੜੇ ਸ਼ਾਸਨ ਦਾ ਦੋਸ਼ ਲਗਾ ਕੇ ਉਸ ਦੀ ਰਿਆਸਤ ਨੂੰ ਵੀ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਲ ਕਰ ਲਿਆ। ਹੁਣ ਬੱਚਿਓ ਦੇਖੋ ਕਿ ਬੇਸ਼ੱਕ ਉਹਨੇ ਸਾਰੀ ਉਮਰ ਅੰਗਰੇਜ਼ਾਂ ਦੀ ਵਫਾਦਾਰੀ ਕੀਤੀ ਵਾਜਿਦ ਅਲੀ ਸ਼ਾਹ ਨੇ, ਲੇਕਿਨ ਅੰਗਰੇਜ਼ਾਂ ਨੇ ਉਹਦੇ ਨਾਲ ਜਿਹੜੀ ਹੈ ਕੀ ਕਹਿੰਦੇ ਨੇ ਪੰਜਾਬੀ ਦੇ ਵਿੱਚ ਕਿ ਯਾਰ ਮਾਰ ਕੀਤੀ, ਉਹਦੀ ਪਿੱਠ ਦੇ ਵਿੱਚ ਛੁਰਾ ਘੋਪਿਆ ਔਰ ਧੱਕੇ ਦੇ ਨਾਲ ਉਹਦੇ ਉੱਪਰ ਭੈੜਾ ਦੋਸ਼ ਲਗਾ ਕੇ ਕਿ ਤੁਸੀਂ ਸ਼ਾਸਨ ਜਿਹੜਾ ਹੈ ਤੁਹਾਡੇ ਕੋਲ ਸਹੀ ਨਹੀਂ ਚੱਲ ਰਿਹਾ, ਅਜਿਹਾ ਦੋਸ਼ ਲਗਾ ਕੇ ਉਸ ਦੀ ਰਿਆਸਤ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਲ ਕਰ ਲਿਆ। ਇਹਦੇ ਨਾਲ ਕੀ ਹੋਇਆ, ਸਿੱਟੇ ਵਜੋਂ ਵੱਡੀ ਸੰਖਿਆ ਦੇ ਵਿੱਚ ਅਵਧ ਰਿਆਸਤ ਦੇ ਜਿਹੜੇ ਸੈਨਿਕ ਨੇ ਉਹਨਾਂ ਨੇ, ਕਿਸਾਨਾਂ ਨੇ ਔਰ ਤਾਲੁਕਦਾਰਾਂ ਨੇ 1857 ਈਸਵੀ ਦੇ ਵਿਦਰੋਹ ਦੇ ਵਿੱਚ ਭਾਗ ਲਿਆ। ਤੋ ਬੱਚਿਓ ਜਿਹੜੇ ਨਵਾਬ ਵਾਜਿਦ ਅਲੀ ਸ਼ਾਹ ਦੀ ਜਿਹੜੀ ਪਤਨੀ ਹੈ ਹਜ਼ਰਤ ਮਹਿਲ, ਜਿਸ ਤਰ੍ਹਾਂ ਝਾਂਸੀ ਦੀ ਰਾਣੀ ਨੇ ਇਸ ਵਿਦਰੋਹ ਦੇ ਵਿੱਚ ਭਾਗ ਲਿਆ ਸੀ, ਹਜ਼ਰਤ ਮਹਿਲ ਨੇ ਵੀ ਇਸ ਵਿਦਰੋਹ ਦੇ ਵਿੱਚ ਵੱਧ ਚੜ ਕੇ ਹਿੱਸਾ ਜਿਹੜਾ ਹੈ ਇਸ ਕ੍ਰਾਂਤੀ ਦੇ ਵਿੱਚ ਲਿਆ ਸੀ। ਤੋ ਇਸ ਤੋਂ ਬਾਅਦ ਬੱਚਿਓ ਅੱਗੇ ਹਨ ਇਸ ਲੈਸਨ ਦੇ ਨਾਲ ਸੰਬੰਧਿਤ ਕੁਝ ਯਾਦ ਰੱਖਣ ਯੋਗ ਗੱਲਾਂ, ਜਿਹਦੇ ਨਾਲ ਸਾਨੂੰ ਪਾਠ ਵੀ ਜਿਹੜਾ ਹੈ ਇਹਦੀ ਦੁਹਰਾਈ ਵੀ ਹੋਵੇਗੀ ਔਰ ਯਾਦ ਵੀ ਹੋਵੇਗਾ ਕਿ 1857 ਈਸਵੀ ਦੇ ਵਿਦਰੋਹ ਨੂੰ ਸੈਨਿਕ ਵਿਦਰੋਹ ਅਤੇ ਭਾਰਤੀ ਸੁਤੰਤਰਤਾ ਸੰਗਰਾਮ ਦਾ ਨਾਮ ਦਿੱਤਾ ਗਿਆ ਹੈ। ਸੈਨਿਕ ਵਿਦਰੋਹ ਕਿਉਂ ਕਿਹਾ ਜਾਂਦਾ ਬੱਚਿਓ? ਕਿਉਂਕਿ ਇਹਦੇ ਵਿੱਚ ਭਾਰਤੀ ਸੈਨਿਕਾਂ ਨੇ ਅੰਗਰੇਜ਼ ਸੈਨਿਕ ਅਫਸਰਾਂ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਔਰ ਬਹੁਤ ਸਾਰੇ ਸਥਾਨਾਂ ਦੇ ਉੱਤੇ ਭਾਰਤੀ ਸੈਨਾ ਨੇ ਵਿਦਰੋਹ ਕਰ ਦਿੱਤਾ ਸੀ ਅੰਗਰੇਜ਼ੀ ਸੈਨਿਕਾਂ ਦੇ ਖਿਲਾਫ। ਤੋ ਇਸ ਕਰਕੇ ਇਹਨੂੰ ਸੈਨਿਕ ਵਿਦਰੋਹ ਵੀ ਕਿਹਾ ਜਾਂਦਾ ਹੈ। ਤੋ ਭਾਰਤੀ ਸੁਤੰਤਰਤਾ ਸੰਗਰਾਮ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਬਹੁਤ ਸਾਰੇ
ਰਿਆਸਤਾਂ ਨੇ ਮਿਲ ਕੇ ਅੰਗਰੇਜ਼ਾਂ ਦੇ ਖਿਲਾਫ ਔਰ ਭਾਰਤੀ ਲੋਕਾਂ ਨੇ ਵੀ ਕਈ ਥਾਵਾਂ ਤੇ ਮਿਲ ਕੇ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਹੈ ਇਹ ਵਿਦਰੋਹ ਕੀਤਾ ਔਰ ਇਸ ਕਰਕੇ ਇਸ ਬਗਾਵਤ ਨੂੰ ਜਾਂ ਇਸ ਵਿਦਰੋਹ ਨੂੰ ਭਾਰਤੀ ਸੁਤੰਤਰਤਾ ਸੰਗਰਾਮ ਦਾ ਪਹਿਲਾ ਜਿਹੜਾ ਵਿਦਰੋਹ ਕਿਹਾ ਜਾਂਦਾ ਹੈ। ਤੋ ਇਸ ਵਿਦਰੋਹ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ, ਆਰਥਿਕ ਤੇ ਤਤਕਾਲੀ ਕਾਰਨ ਜਿਹੜੇ ਨੇ ਉਹ ਸਨ ਅਲੱਗ-ਅਲੱਗ, ਜਿਨ੍ਹਾਂ ਦਾ ਜ਼ਿਕਰ ਅਸੀਂ ਪਹਿਲੇ ਭਾਗਾਂ ਦੇ ਵਿੱਚ ਬੱਚਿਓ ਕਰ ਆਏ ਹਾਂ। ਅਗਲਾ ਯਾਦ ਰੱਖਣਯੋਗ ਤੱਥ ਕੀ ਹੈ ਕਿ ਮੰਗਲ ਪਾਂਡੇ 1857 ਈਸਵੀ ਦੇ ਵਿਦਰੋਹ ਦਾ ਪਹਿਲਾ ਸ਼ਹੀਦ ਸੀ। ਬੱਚਿਓ ਇਹਨੂੰ ਤੁਸੀਂ ਜ਼ਰੂਰ ਯਾਦ ਰੱਖਣਾ ਹੈ ਕਿਉਂਕਿ ਇਸ ਦੇ ਬਾਰੇ ਕਾਫੀ ਵਾਰੀ ਇਹ ਪੁੱਛਿਆ ਜਾ ਸਕਦਾ ਹੈ ਕਿ 1857 ਈਸਵੀ ਦੇ ਵਿਦਰੋਹ ਦਾ ਪਹਿਲਾ ਸ਼ਹੀਦ ਕੌਣ ਸੀ। ਤਾਂ ਉਹ ਕੌਣ ਸੀ? ਮੰਗਲ ਪਾਂਡੇ। ਤਾਂ ਇਹ ਵਿਦਰੋਹ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਬੱਚਿਓ ਫੈਲ ਗਿਆ, ਜਿਵੇਂ ਕਿ ਅਸੀਂ ਨਕਸ਼ੇ ਦੇ ਵਿੱਚ ਵੀ ਦੇਖਿਆ ਸੀ। ਔਰ ਅੰਗਰੇਜ਼ਾਂ ਨੇ ਭਾਰਤੀ ਰਾਜਿਆਂ ਦੀ ਮਦਦ ਦੇ ਨਾਲ ਔਰ ਆਪਣੀ ਸ਼ਕਤੀ ਦੇ ਨਾਲ ਇਸ ਵਿਦਰੋਹ ਨੂੰ ਬੜੀ ਸ਼ਕਤੀ ਦੇ ਨਾਲ, ਬੜੀ ਸਖਤੀ ਦੇ ਨਾਲ ਦਬਾ ਦਿੱਤਾ ਸੀ। ਇਸ ਤੋਂ ਇਲਾਵਾ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦਾ ਰਾਜ ਖਤਮ ਹੋ ਗਿਆ। ਬੱਚਿਓ 1857 ਈਸਵੀ ਤੱਕ ਈਸਟ ਇੰਡੀਆ ਕੰਪਨੀ ਦਾ ਰਾਜ ਜਿਹੜਾ ਚੱਲਦਾ ਰਿਹਾ ਔਰ ਜਦੋਂ ਇਹ 1857 ਦਾ ਵਿਦਰੋਹ ਹੋ ਗਿਆ ਤਾਂ ਈਸਟ ਇੰਡੀਆ ਕੰਪਨੀ ਤੋਂ ਇਹ ਸਾਰਾ ਰਾਜ ਵਾਪਸ ਜਿਹੜਾ ਲੈ ਕੇ ਇੰਗਲੈਂਡ ਦੀ ਸਰਕਾਰ ਨੇ ਇਹ ਸਾਰਾ ਸ਼ਾਸਨ ਜਿਹੜਾ ਹੈ ਸਿੱਧਾ ਆਪਣੇ ਹੱਥ ਦੇ ਵਿੱਚ ਲੈ ਲਿਆ। ਤੋ ਇਹਦੇ ਨਾਲ ਹੋਰ ਕੀ ਪਰਿਵਰਤਨ ਕੀਤਾ ਉਹਨਾਂ ਨੇ? ਜਿਹੜਾ ਈਸਟ ਇੰਡੀਆ ਕੰਪਨੀ ਦੇ ਅਧੀਨ ਗਵਰਨਰ ਜਨਰਲ ਹੁੰਦਾ ਸੀ ਉਸ ਨੂੰ ਹੁਣ ਵਾਇਸਰਾਏ ਦੀ ਉਪਾਧੀ ਦੇ ਦਿੱਤੀ ਗਈ। ਯਾਨੀ ਕਿ ਈਸਟ ਇੰਡੀਆ ਕੰਪਨੀ ਦੇ ਦੌਰਾਨ ਗਵਰਨਰ ਜਨਰਲ ਕਿਹਾ ਜਾਂਦਾ ਸੀ ਉਹ ਹੁਣ ਇੰਗਲੈਂਡ ਦੀ ਸਰਕਾਰ ਦੇ ਵਿੱਚ ਉਹਨੂੰ ਵਾਇਸਰਾਏ ਕਿਹਾ ਜਾਣ ਲੱਗ ਪਿਆ। तो उसनू वायसराय की उपाधि दी गई। अगला याद रखणयोग तथ्य की है कि अंग्रेज सरकार ने भारतीयों नाल किसी भी तरह का वितकरा ना करन दा विश्वास दिता। तो क्योंकि बहुत सारे वितकरे जिहड़े भारतीयों दे नाल हो रहे सन, इस करके भारतीयों ने विद्रोह किया। लेकिन इंग्लैंड की सरकार ने जदों सीधा शासन अपने हाथ विच ले लिया तां उन्होंने अजिहा विश्वास दिवाया कि हुण भारतीयों नाल किसी तरह का भी कोई वितकरा नहीं किया जाएगा। लेकिन असी देखते हाँ कि अजिहा नहीं होया। इत्थों तक कि बाद विच भारतीयों के वपारिक कई तरह दीयां बंदिशां जिहड़ियां ने लगा दित्तियां गईयां और अंग्रेज़ां ने तो सगों एक नवीं नीति जिन्हों कि पाड़ो ते राज करो दी नीति कहंदे ने उहदे उत्ते अमल करना शुरू कर दिता सी। तो पाड़ो अते राज करो दी नीति की सी? बच्चों जिवें कि तुसीं जाणदे हो कि साडा जिहड़ा देश है ये एक मल्टी कल्चरल देश है। साडे देश दे विच भिन्न भिन्न संस्कृतियां जिहड़ियां ने पाईयां जांदियां ने। इत्थे कई धर्मां दे कई जातां दे जिहड़े लोग ने अलग अलग थावां ते मिल जुल के जिहड़े ने रहिंदे ने। लेकिन अंग्रेज़ां ने की कीता? उन्हां ने इन्हां लोगां नूं आपस दे विच लड़ाया, जिन्हों असीं कहने आ पाड़ो। इन्हां नूं आपस दे विच फाड़िया अते इन्हां दी लड़ाइयां दा आपस दे विच करवा के तां फायदा उठाया और साडे ते राज कीता। इस नूं कहंदे ने पाड़ो ते राज करो दी नीति। इस दे उत्ते अंग्रेज़ां ने अमल करना जिहड़ा है बच्चों शुरू कर दिता और पाड़ो ते राज करो दी नीति दा ही बच्चों नतीजा सी कि 1947 दे विच भारत दे दो टुकड़े हो जांदे ने और एक साइड पाकिस्तान जिहड़ा है बनता है। तो बच्चों 1857 ईस्वी का यह विद्रोह बेशक सफल नहीं हो सकिया पर देश की आज़ादी दे वास्ते ये बड़ा सहायक सिद्ध होया, क्योंकि ये विद्रोह जिहड़ा सी ये आने वाले समय दे लई एक युग पलटाऊ घटना के तौर पर साबित होया। क्योंकि आने वाले जिन्ने भी सुतंत्रता सेनानी ने बच्चों सारिया ने ही इस बगावत तो जिहड़ी है एक सेध लई और जिन्ने भी साडे आने वाले समाज सुधारक ने और सुतंत्रता सेनानी ने उन्होंने मिल के बाद विच हौली हौली जिहड़ा है देश नूं 1947 दे विच फिर आज़ाद करवाया है। हुण तक
ਆਸ ਹੈ ਕਿ ਤੁਹਾਨੂੰ ਇਹ ਲੈਸਨ ਜਿਹੜਾ ਹੈ ਯਾਦ ਹੋ ਚੁੱਕਾ ਹੋਵੇਗਾ ਔਰ ਇਹਦੀ ਦੁਹਰਾਈ ਜਿਹੜੀ ਹੈ ਇਹ ਕਰਦੇ ਹੋਏ ਅਸੀਂ ਕੁਝ ਪ੍ਰਸ਼ਨ ਜਿਹੜੇ ਨੇ ਅੱਜ ਦੇਖਦੇ ਹਾਂ। ਸਭ ਤੋਂ ਪਹਿਲਾਂ ਹੈ ਬੱਚਿਓ ਖਾਲਿਸਤਾਨ। ਤਾਂਤੀਆ ਟੋਪੇ ਨੂੰ ਡੈਸ਼ ਈਸਵੀ ਵਿੱਚ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। तो बच्चों ਇਹਦਾ सही जवाब की है? ਤਾਂਤੀਆ ਟੋਪੇ ਨੂੰ 1859 ਦੇ ਵਿੱਚ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਸਹੀ ਉੱਤਰ ਹੈ 1859 ਈਸਵੀ। ਅੰਗਰੇਜ਼ੀ ਰਾਜ ਨੂੰ ਮਾਲੀਆ ਨਾ ਦੇਣ ਕਰਕੇ ਖਰਲ ਕਬੀਲੇ ਦੇ ਸਰਦਾਰ ਡੈਸ਼ ਨੇ ਬਗਾਵਤ ਕੀਤੀ। तो बच्चों ਇੱਥੇ ਕੀ ਆਏਗਾ? सही जवाब की है? खरल कबीले ਦੇ ਸਰਦਾਰ ਕਿਹੜੇ ਸੀਗੇ? सरदार अहमद खां खरल। तो सही जवाब है सरदार अहमद खां खरल। तीसरा खालिस्तान है डैश ईस्वी विच अंग्रेज़ां ने अवध दे नवाब वाजिद अली शाह ते भैड़े शासन का दोष लगा के उस दी रियासत नूं अंग्रेजी राज विच शामिल कर लिया। तो बच्चों ये कदों की घटना है? ਇਹਦਾ सही जवाब की है? 1856 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਅਜਿਹਾ ਕੀਤਾ ਸੀ। तो ਲਾਸਟ ਖਾਲਿਸਤਾਨ ਹੈ 1857 ਈਸਵੀ ਦੇ ਸੰਘਰਸ਼ ਤੋਂ ਬਾਅਦ ਅੰਗਰੇਜ਼ਾਂ ਨੇ ਪਾੜੋ ਅਤੇ ਡੈਸ਼ ਕਰੋ ਦੀ ਨੀਤੀ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਸੀ। तो ਬੱਚਿਓ ਇਹ ਅਸੀਂ ਹੁਣੇ ਪੜਿਆ ਹੈ। ਇਹ ਕਿਹੜੀ ਨੀਤੀ ਸੀ? ਪਾੜੋ ਅਤੇ सही जवाब ਕੀ ਹੈ? राज करो। बिल्कुल सही है, राज करो दी नीति ते अमल करना शुरू कर दिता। अगे है बच्चों सही ते गलत। तो ये आपां टिक मार्क करना है। सब तो पहला है करनाल विचले कई जाट पिंडां ने सरकार नूं जमीन दा लगान देण तो इनकार कर दिता। सही जां गलत? हाँ, तो इसका जवाब है बिल्कुल सही। पंजाब विच 1857 ईस्वी की बगावत इस करके नाकामयाब हो सकी क्योंकि पंजाबी बागियां दे कोल कोई भी उच्च कोटि का नेता नहीं सी। हाँ बच्चों ये बिल्कुल सही है। अवध की रियासत बड़ी गरीब सी। हाँ बच्चों ये तुहानू पता होएगा कि ये जिहड़ा है सवाल हुण गलत लिखिया होया है, तो ये गलत करांगे आपां। अवध दा नवाब वाजिद अली शाह हमेशा अंग्रेज़ां दा वफादार रहा सी। तो ये बिल्कुल सही है। अंग्रेज़ां ने नवाब नूं अपने राज विच अंग्रेजी सेना रखण लई मजबूर कीता। बिल्कुल सही। तो अगे बच्चों है साडे कोल सही विकल्प चुनो। भारत विच ईस्ट इंडिया कंपनी का राज खत्म होने ते किस दा सीधा शासन हो गया? रिपले दा, लॉर्ड डलहौजी दा, इंग्लैंड दी सरकार दा जां हसन दा? तो बच्चों इसदा सही जवाब की है? इंग्लैंड दी सरकार। इंग्लैंड दी सरकार दा सीधा शासन हो जाता है। तो अगला और आखिरी सवाल है बच्चों 1857 ईस्वी दे संग्राम तो बाद गवर्नर जनरल नूं डैश दी उपाधि दिती गई। किहड़ी उपाधि दिती गई? कनाइट दी, वायसराय दी, लॉर्ड दी जां राजा दी? तो बच्चों इसदा सही जवाब की है? वायसराय दी। तो वायसराय जिहड़ा है वो गवर्नर जनरल नूं वायसराय की उपाधि जिहड़ी है दिती गई। तो प्यारे बच्चों आस है कि ये पाठ जो असी अज मुकम्मल किया है ये सारा ही तुसी जिहड़ा है दोहराई दे नाल नाल इसनूं अपनियां कापियां दे उत्ते भी महत्वपूर्ण तत्थां नूं नोट किया होवेगा। और जिन्ने भी तत्थ तुसी देखे ने बच्चों हुण तुसी किताबां नूं जदों खोलोगे ਤਾਂ ਕਾਪੀਆਂ ਦੇ ਨਾਲ ਤੁਸੀਂ ਮਹੱਤਵਪੂਰਨ ਜਿਹੜੇ ਪ੍ਰਸ਼ਨ ਨੇ ਔਰ ਮਹੱਤਵਪੂਰਨ ਤੱਥ ਨੇ ਉਹਨਾਂ ਨੂੰ ਤੁਸੀਂ ਨੋਟ ਕਰਨਾ ਹੈ ਔਰ ਕਿਤਾਬ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਆਈਆਂ ਨੇ ਉਹਨਾਂ ਗਤੀਵਿਧੀਆਂ ਨੂੰ ਤੁਸੀਂ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਨੀ ਹੈ। तो प्यारे बच्चों अज दा इन्ना ही।
ਅਗਲਾ ਅਸੀਂ ਲੈਸਨ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤੋ ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।